हाँ जी बेटा, डियर स्टूडेंट्स गुड मॉर्निंग बेटा। ਅੱਜ ਆਪਾਂ ਵਿਆਕਰਨ ਬਾਰੇ ਪੜਾਂਗੇ। ਵਿਆਕਰਨ ਦਾ ਸਰੂਪ ਕਿਸ ਤਰ੍ਹਾਂ ਦਾ ਹੈ, ਠੀਕ ਹੈ, ਉਹਦੀ ਰੂਪ ਰੇਖਾ ਕਿਸ ਤਰ੍ਹਾਂ ਦੀ ਹੈ। ਭਾਸ਼ਾ ਦੇ ਚਾਰ ਮੁੱਖ ਅੰਗ ਹਨ, ਧੁਨੀ, ਸ਼ਬਦ, ਵਾਕ ਅਤੇ ਅਰਥ। ਕਿੰਨੇ ਅੰਗ ਨੇ ਭਾਸ਼ਾ ਦੇ? ਧੁਨੀ, ਸ਼ਬਦ, ਵਾਕ ਅਤੇ ਅਰਥ। ਠੀਕ ਹੈ, ਧੁਨੀ ਸ਼ਬਦ ਹੈ ਜਿਸ ਤੋਂ ਧੁਨੀਆਂ ਦਾ ਨਿਰਮਾਣ ਹੁੰਦਾ ਹੈ, ਸ਼ਬਦ ਦੇ ਵਿੱਚ ਸ਼ਬਦਾਂ ਦਾ ਨਿਰਮਾਣ ਹੁੰਦਾ ਹੈ, ਵਾਕ ਦੇ ਵਿੱਚ ਵਾਕਾਂ ਦਾ ਨਿਰਮਾਣ ਹੁੰਦਾ ਹੈ ਤੇ ਅਰਥ ਦੇ ਵਿੱਚ ਸ਼ਬਦ ਤੇ ਅਰਥ, ਸ਼ਬਦਾਰਥ ਤੇ ਅਰਥਾਂ ਦਾ ਦੋਨਾਂ ਦਾ ਨਿਰਮਾਣ ਕੀਤਾ ਜਾਂਦਾ ਹੈ। ਠੀਕ ਹੈ, ਇਹਨਾਂ ਨੂੰ ਧਿਆਨ ਨਾਲ ਵੇਖਿਆ ਵਿਚਾਰਿਆ ਇਹਨਾਂ ਪਿੱਛੇ ਕੁਝ ਨਿਯਮ ਕੰਮ ਕਰਦੇ ਨਜ਼ਰ ਆਉਂਦੇ ਨੇ। ਜਦੋਂ ਆਪਾਂ ਇਹਨਾਂ ਨੂੰ ਧਿਆਨ ਨਾਲ ਵੇਖਾਂਗੇ, ਵਿਚਾਰ ਕਰਾਂਗੇ, ਇਹਨਾਂ ਦੇ ਪਿੱਛੇ ਨੇ ਜਿਹੜੇ ਕੁਝ ਨਿਯਮ ਕੰਮ ਕਰਦੇ ਨਜ਼ਰ ਆਉਂਦੇ ਨੇ। ਠੀਕ ਹੈ, ਤੇ ਇਹਨਾਂ ਨਿਯਮਾਂ ਨਜ਼ਰ ਆਉਂਦੇ ਹਨ ਭਾਸ਼ਾ ਦੇ ਵਰਤਾਰੇ ਸੰਬੰਧੀ। ਜਦੋਂ ਭਾਸ਼ਾ ਦੀ ਵਰਤੋਂ ਕਰਦੇ ਉਹਦੇ ਸੰਬੰਧੀ ਕੀ ਹੈ ਪ੍ਰਾਪਤ ਹੁੰਦੇ, ਇਹਨਾਂ ਨਿਯਮਾਂ ਦਾ ਕੀ ਹੈ ਵਰਗੀਕਰਨ ਕੀਤਾ ਜਾਂਦਾ ਹੈ। ਨਿਯਮਾਂ ਦੇ ਅਜਿਹੇ ਸਮੂਹ ਤੋਂ ਹੀ ਵਿਆਕਰਨ ਦਾ ਸਰੂਪ ਬਣਦਾ। ਜਿਹੜੇ ਨਿਯਮਾਂ ਦੇ ਇਹ ਸਮੂਹ ਨੇ, ਨਿਯਮਾਂ ਦੇ ਜਿਹੜੇ ਅਜਿਹੇ ਸਮੂਹ ਤੋਂ ਹੀ ਕੀ ਹੈ ਵਿਆਕਰਨ ਦਾ ਸਰੂਪ ਬਣਦਾ, ਉਹਦੀ ਰੂਪ ਰੇਖਾ ਬਣਦੀ ਹੈ। ਇਸ ਪ੍ਰਕਾਰ ਵਿਆਕਰਨ ਉਹ ਵਿਦਿਆ ਹੈ ਜਿਸ ਵਿੱਚ ਭਾਸ਼ਾ ਦੇ ਨਿਯਮਾਂ ਨੂੰ ਜਾਣਿਆ ਅਤੇ ਸਮਝਿਆ ਜਾਂਦਾ ਹੈ। ਵਿਆਕਰਨ ਜਿਹੜੀ ਕੀ ਹੈ ਉਹ ਵਿਦਿਆ ਹੈ ਜਿਸ ਵਿੱਚ ਭਾਸ਼ਾ ਦੇ ਨਿਯਮਾਂ ਨੂੰ ਜਾਣਿਆ ਅਤੇ ਸਮਝਿਆ ਜਾਂਦਾ ਹੈ। ਭਾਸ਼ਾ ਸੰਬੰਧੀ ਵਿਆਕਰਨ ਦੇ ਨਿਯਮ ਬਾਹਰੋਂ ਨਹੀਂ ਬਣੇ ਹੁੰਦੇ, ਸਗੋਂ ਇਹ ਉਸ ਭਾਸ਼ਾ ਦੀ ਸੰਰਚਨਾ ਵਿੱਚੋਂ ਹੀ ਵਿਕਸਿਤ ਹੁੰਦੇ ਹਨ। ਹਰ ਭਾਸ਼ਾ ਦਾ ਆਪਣਾ ਵਿਆਕਰਨ ਹੁੰਦਾ ਹੈ ਜਿਸ ਨੂੰ ਕਿਸੇ ਦੂਜੀ ਭਾਸ਼ਾ ਉੱਤੇ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ ਜਾ ਸਕਦਾ। ਹਿੰਦੀ ਦਾ ਆਪਣਾ ਵਿਆਕਰਨ ਹੈ, ਇੰਗਲਿਸ਼ ਦਾ ਆਪਣਾ ਹੈ ਤੇ ਪੰਜਾਬੀ ਦਾ ਆਪਣਾ। ਠੀਕ ਹੈ, ਹਰ ਭਾਸ਼ਾ ਦੇ ਨਿਯਮ ਉਸ ਦੀ ਬਣਤਰ ਦੀ ਪਰਖ ਕਰਕੇ ਹੀ ਲੱਭਣੇ ਚਾਹੀਦੇ ਨੇ। ਹਰੇਕ ਭਾਸ਼ਾ ਦੇ ਜਿਹੜੇ ਨਿਯਮ ਨੇ, ਜਦੋਂ ਦੀ ਬਣਤਰ ਹੈ, ਜਿਹੜੀ ਬਣੀ ਹੋਈ ਬਣਤਰ ਕਿਸ ਤਰ੍ਹਾਂ ਉਹ ਬੋਲੀ ਉਪਜੀ ਸੀਗੀ, ਠੀਕ ਹੈ, ਤਾਂ ਉਸ ਨੂੰ ਪਰਖ ਕਰਕੇ ਹੀ ਲੱਭਣੇ ਚਾਹੀਦੇ ਨੇ ਜਿਹੜੇ ਉਹਦੇ ਕੀ ਨੇ ਭਾਸ਼ਾ ਦੇ ਨਿਯਮ ਨੇ। ਨੈਕਸਟ ਹੈਗਾ ਵਿਆਕਰਨ ਦੇ ਨਿਯਮਾਂ ਵਿੱਚ ਲਚਕ ਨਹੀਂ ਹੁੰਦੀ ਹੈਗੀ, ਪਰ ਜੀਵਤ ਭਾਸ਼ਾ ਗਤੀਸ਼ੀਲ ਹੁੰਦੀ ਹੈ। ਸਮੇਂ ਦੀ ਚਾਲ ਨਾਲ ਭਾਸ਼ਾ ਬਦਲਦੀ ਹੈ ਅਤੇ ਭਾਸ਼ਾ ਦੇ ਨਿਯਮ ਵੀ ਬਦਲਦੇ ਹਨ। ਠੀਕ ਹੈ, ਸਮੇਂ ਦੀ ਚਾਲ ਦੇ ਨਾਲ ਜਿਹੜੀ ਭਾਸ਼ਾ ਕੀ ਹੈ ਹਮੇਸ਼ਾ ਬਦਲਦੀ ਰਹਿੰਦੀ ਹੈ। ਕਿਵੇਂ ਬਦਲਦੀ ਰਹਿੰਦੀ ਹੈ? ਦੇਖੋ, ਪਹਿਲਾਂ ਪੰਜਾਬੀ ਦੇ ਵਿੱਚ 35 ਅੱਖਰ ਸੀਗੇ, ਠੀਕ ਹੈ, ਫਿਰ ਉਸ ਤੋਂ ਬਾਅਦ 6 ਅੱਖਰ ਨਵੇਂ ਸ਼ਾਮਲ ਕਰ ਲਏ, ਜਿਹੜੇ ਕਿ ਸ਼ਾਮਲ ਕੀਤੇ ਨੇ ਅੱਖਰ 6 ਨੇ। ਸੱਸੇ ਪੈਰਵਿੰਦੀ, ਖੱਖੇ ਪੈਰਵਿੰਦੀ, ਗੱਗੇ ਪੈਰਵਿੰਦੀ, ਜੱਜ ਪੈਰਵਿੰਦੀ, ਫੱਫੇ ਪੈਰਵਿੰਦੀ ਤੇ ਲੱਲੇ ਪੈਰਵਿੰਦੀ। ਠੀਕ ਹੈ, ਇਹ ਜਿਹੜੇ ਅੱਖਰ ਨੇ ਇਹ ਕਿੱਥੋਂ ਲਏ ਗਏ ਨੇ? ਅਰਬੀ ਫਾਰਸੀ ਵਿੱਚੋਂ ਲਏ ਗਏ ਨੇ, ਜਿਸ ਕਰਕੇ ਇਹਨਾਂ ਦੀ ਕੁੱਲ ਗਿਣਤੀ ਕਿੰਨੀ ਹੈ 35 + 6 35। ਪਹਿਲਾਂ 35 ਅੱਖਰ ਸੀ, ਫਿਰ 6 ਹੋ ਗਏ, ਟੋਟਲ ਇਹਨਾਂ ਦੀ ਗਿਣਤੀ ਕਿੰਨੀ ਹੋ ਗਈ 41 ਹੋ ਗਈ। ਠੀਕ ਹੈ, ਤੇ ਉਸ ਤੋਂ ਬਾਅਦ ਕੀ ਹੈ ਫਿਰ ਹੈਗਾ ਇਸ ਲਈ ਸਮੇਂ-ਸਮੇਂ ਦੇ ਵਿਆਕਰਨ ਨਿਯਮਾਂ ਵਿੱਚ ਤਬਦੀਲੀਆਂ ਕਰਨੀਆਂ ਪੈਂਦੀਆਂ ਨੇ। ਹੁਣ ਪਹਿਲਾਂ ਪੰਜਾਬੀ ਦੇ ਵਿੱਚ ਪੈਰ 'ਚ ਰਾਰੇ ਦੀ ਵਰਤੋਂ ਕੀਤੀ ਜਾਂਦੀ, ਜਿਵੇਂ ਇਹ ਹੋ ਗਿਆ ਵਾਵਾ ਸਵਰ ਹੋ ਗਿਆ, ਠੀਕ ਹੈ, ਤੇ ਕਰਮ, ਇਸ ਤਰ੍ਹਾਂ ਉਹਦੀ ਵਰਤੋਂ ਕੀਤੀ ਜਾਂਦੀ ਸੀ ਕਰਮ। ਠੀਕ ਹੈ, ਤਾਂ ਹੁਣ ਪੈਰ 'ਚ ਰਾਰੇ ਦੀ ਜਿਹੜੀ ਵਰਤੋਂ ਹੈ ਇਹ ਘਟਦੀ ਜਾ ਰਹੀ ਹੈ। ਹੁਣ ਆਪਾਂ ਕਰਮ ਸਿੱਧਾ ਪਾਉਣਾ, ਠੀਕ ਹੈ, ਕਰਮ, ਇਸ ਤਰ੍ਹਾਂ ਰਾਰਾ ਪੂਰਾ ਵਰਤੋਂ ਕਰਦੇ ਹਾਂ ਆਪਾਂ। ਹੁਣ ਇਹਦੀ ਪੈਰ 'ਚ ਰਾਰੇ ਦੀ ਜਿਹੜੀ ਵਰਤੋਂ ਹੈ ਇਹ ਘਟਦੀ ਜਾ ਰਹੀ ਹੈ। ਵਾਵੇ ਦੀ ਵੀ ਘਟਦੀ ਜਾ ਰਹੀ ਹੈ। ਠੀਕ ਹੈ, ਹੁਣ ਸਵਰ ਇਸ ਤਰ੍ਹਾਂ ਪਾਇਆ ਜਾਂਦਾ ਹੈ, ਪੂਰੇ ਅੱਖਰ ਵਾਵਾ, ਜਿਵੇਂ ਵਾਵਾ, ਰਾਰਾ ਤੇ ਹਾਹਾ। ਠੀਕ ਹੈ, ਦੁੱਤ ਅੱਖਰ ਨੇ, ਤੁਹਾਨੂੰ ਅੱਗੇ ਸਮਝਾਉਂਗੀ ਬੇਟਾ। ਇਹ ਹੈਗਾ ਸੀ ਤੁਹਾਡਾ ਵਿਆਕਰਨ ਦਾ ਸਰੂਪ ਕੀ ਹੈ, ਸਮਝ ਗਏ। ਫਿਰ ਹੈਗਾ ਵਿਆਕਰਨ ਦੀ ਮਹੱਤਤਾ ਕੀ ਹੈ। ਅਜੋਕੇ ਸਮੇਂ ਦੇ ਪ੍ਰਸੰਗ ਵਿੱਚ ਵਿਆਕਰਨ ਦੀ ਪੜ੍ਹਾਈ ਦਾ ਖਾਸ ਮਹੱਤਵ ਹੈ। ਠੀਕ ਹੈ, ਅੱਜ ਦੇ ਯੁੱਗ ਦੇ ਵਿੱਚ ਜਿਹੜੀ ਵਿਆਕਰਨ ਦੀ ਪੜ੍ਹਾਈ ਹੈ ਉਹਦਾ ਬਹੁਤ ਜ਼ਿਆਦਾ ਖਾਸ ਮਹੱਤਵ ਹੈ। ਹੁਣ ਆਪਾਂ ਨੇ ਇੰਗਲਿਸ਼ ਸਿੱਖਣੀ ਹੈ ਤਾਂ ਸਭ ਤੋਂ ਪਹਿਲਾਂ ਗ੍ਰਾਮਰ ਆਉਣੀ ਜ਼ਰੂਰੀ ਹੈ। ਪੰਜਾਬੀ ਦੇ ਵਿੱਚ ਵੀ ਵਿਆਕਰਨ ਆਉਣੀ ਜ਼ਰੂਰੀ ਹੈ। ਠੀਕ ਹੈ, ਪੁਰਾਣੇ ਸਮੇਂ ਦੇ ਮੁਕਾਬਲੇ ਵਰਤਮਾਨ ਸਮੇਂ ਵਿੱਚ ਵਿਆਕਰਨ ਦੇ ਗਿਆਨ ਦੀ ਲੋੜ ਵਧੇਰੇ ਹੈ। ਪੁਰਾਣੇ ਸਮੇਂ ਦੇ ਮੁਕਾਬਲੇ ਨਾਲੋਂ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਵਰਤਮਾਨ ਸਮਾਜ ਦਾ ਸਮਾਂ ਉਹਦੇ ਵਿੱਚ ਵਿਆਕਰਨ ਦੇ ਗਿਆਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਠੀਕ ਹੈ, ਅਜੋਕੀਆਂ ਪ੍ਰਸਥਿਤੀਆਂ, ਅੱਜ ਦੀਆਂ ਪ੍ਰਸਥਿਤੀਆਂ ਵਿੱਚ ਇੱਕ ਵਿਦਿਆਰਥੀ ਇੱਕ ਤੋਂ ਵੱਧ ਭਾਸ਼ਾਵਾਂ ਦੀ ਸਮਝ ਹੋਣੀ ਜ਼ਰੂਰੀ ਹੈ। ਅੱਜ ਦੀਆਂ ਪ੍ਰਸਥਿਤੀਆਂ ਨੇ, ਅੱਜ ਦੇ ਸਮੇਂ ਦੇ ਅਨੁਸਾਰ ਕੀ ਹੈ, ਵਿਦਿਆਰਥੀ ਨੂੰ ਇੱਕ ਭਾਸ਼ਾ ਤੋਂ ਵੱਧ ਭਾਸ਼ਾਵਾਂ ਦਾ ਗਿਆਨ ਹੈ ਜਿਹੜਾ ਹੋਣਾ ਬਹੁਤ ਜ਼ਰੂਰੀ ਹੈ। ਭਾਸ਼ਾਵਾਂ ਦੀ ਇਹ ਸਮਝ ਦਾ ਗਿਆਨ ਹਾਸਲ ਕਰਨ ਵਿੱਚ ਵਿਆਕਰਨ ਦੀ ਖਾਸ ਭੂਮਿਕਾ ਹੈ। ਠੀਕ ਹੈ, ਜਦੋਂ ਆਪਾਂ ਕੋਈ ਵੀ ਭਾਸ਼ਾ ਨੂੰ, ਕਿਸੇ ਵੀ ਲੈਂਗੁਏਜ ਨੂੰ ਸਿੱਖਦੇ ਹਾਂ ਆਪਾਂ, ਠੀਕ ਹੈ, ਤਾਂ ਉਹਦੇ ਵਿੱਚ ਵਿਆਕਰਨ ਦੀ ਖਾਸ ਭੂਮਿਕਾ ਹੈ, ਕਿਉਂਕਿ ਵਿਆਕਰਨ ਦੀ ਜਿਹੜੀ ਪੜ੍ਹਾਈ ਹੈ ਆਪਾਂ ਨੂੰ ਆਉਣੀ ਜ਼ਰੂਰੀ ਹੈ। ਪਹਿਲਾਂ ਵਿਆਕਰਨ ਦਾ ਗਿਆਨ ਹੋਣਾ ਜ਼ਰੂਰੀ ਹੈ, ਤਾਂ ਹੀ ਆਪਾਂ ਕੋਈ ਭਾਸ਼ਾ ਸਿੱਖ ਸਕਦੇ ਹਾਂ, ਚਾਹੇ ਉਹ ਪੰਜਾਬੀ ਹੈ, ਫਰੈਂਚ ਹੈ, ਇੰਗਲਿਸ਼ ਹੈ, ਹਿੰਦੀ ਹੈ, ਕੋਈ ਵੀ ਹੈ। ਠੀਕ ਹੈ, ਅੱਜ ਦੇ ਵਿਸ਼ਵੀਕਰਨ ਯੁੱਗ ਵਿੱਚ ਇੱਕ ਬੱਚੇ ਨੂੰ ਮਾਤ ਭਾਸ਼ਾ, ਰਾਸ਼ਟਰੀ ਭਾਸ਼ਾ, ਮਾਤ ਭਾਸ਼ਾ ਕਿਹੜੀ ਹੁੰਦੀ ਹੈ? ਆਪਣੀ ਮਾਂ ਬੋਲੀ ਭਾਸ਼ਾ। ਜਿਵੇਂ ਆਪਾਂ ਪੰਜਾਬ ਦੇ ਵਿੱਚ ਰਹਿੰਦੇ ਤਾਂ ਆਪਣੀ ਮਾਤ ਭਾਸ਼ਾ ਕਿਹੜੀ ਹੈ? ਪੰਜਾਬੀ ਹੈ। ਰਾਸ਼ਟਰੀ ਭਾਸ਼ਾ ਕਿਹੜੀ ਹੈ? ਆਪਣੀ ਹਿੰਦੀ ਹੈ। ਤੇ ਕਿਸੇ ਵੀ ਭਾਸ਼ਾ, ਅੰਤਰਰਾਸ਼ਟਰੀ ਭਾਸ਼ਾ ਕਿਹੜੀ ਹੈ? ਆਪਣੀ ਅੰਗਰੇਜ਼ੀ। ਇਹਨਾਂ ਭਾਸ਼ਾਵਾਂ ਦਾ ਗਿਆਨ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਤਦੇ ਹੀ ਉਹ ਆਪਣੇ ਜੀਵਨ ਵਿੱਚ ਹਰ ਥਾਂ 'ਤੇ ਕਾਮਯਾਬੀ ਪ੍ਰਾਪਤ ਕਰ ਸਕਦੇ ਹਾਂ। ਇਸ ਲਈ ਭਾਸ਼ਾ ਦੇ ਮਿਆਰੀ ਸਰੂਪ ਦੀ ਸਮਝ ਹੋਣਾ ਬਹੁਤ ਜ਼ਰੂਰੀ ਹੈ। ਭਾਸ਼ਾ ਦਾ ਮਿਆਰੀ ਸਰੂਪ ਕੇ ਸ਼ੁੱਧ ਤੇ ਸਪਸ਼ਟ, ਇਹ ਚੀਜ਼ ਦੀ ਸਮਝ ਹੋਣੀ ਜਿਹੜੀ ਬਹੁਤ ਜ਼ਿਆਦਾ ਜ਼ਰੂਰੀ ਹੈ। ਇਸ ਗਿਆਨ ਪ੍ਰਾਪਤੀ ਦੇ ਆਰੰਭ ਬੱਚੇ ਦੇ ਸਕੂਲ ਜਾਣ ਨਾਲ ਸ਼ੁਰੂ ਹੁੰਦਾ ਹੈ। ਜਿਹੜੀ ਇਸ ਗਿਆਨ ਦੀ ਪ੍ਰਾਪਤੀ ਹੈ ਉਹਦਾ ਆਰੰਭ ਕਦੋਂ ਹੁੰਦਾ? ਜਦੋਂ ਬੱਚਾ ਸਕੂਲ ਜਾਣਾ ਸ਼ੁਰੂ ਕਰ ਦਿੰਦਾ ਹੈ। ਜਿੱਥੋਂ ਉਹ ਭਾਸ਼ਾ ਦੀ ਸਮਝ ਦਾ ਮੁੱਢਲਾ ਗਿਆਨ, ਸਭ ਤੋਂ ਪਹਿਲਾਂ ਮੁੱਢਲਾ ਗਿਆਨ ਹਾਸਲ ਕਰਦਾ, ਕਿੱਥੋਂ ਹਾਸਲ ਕਰਦਾ? ਉਹ ਸਕੂਲ ਦੇ ਵਿੱਚੋਂ ਕਰਦਾ। ਠੀਕ ਹੈ, ਜਿਉਂ-ਜਿਉਂ ਉਹ ਅੱਗੇ ਪੜ੍ਹਦਾ ਹੈ ਤਿਉਂ-ਤਿਉਂ ਉਹ ਭਾਸ਼ਾ ਬਾਰੇ ਵੱਧ ਤੋਂ ਵੱਧ ਗਿਆਨ ਪ੍ਰਾਪਤ ਕਰ ਜਾਂਦਾ ਹੈ। ਠੀਕ ਹੈ,
ਭਾਸ਼ਾ ਦੀ ਪੜ੍ਹਾਈ ਵਿੱਚ ਵਿਆਕਰਨ ਦੀ ਪੜ੍ਹਾਈ ਹੈ ਜਿਹੜੀ ਵੀ ਸ਼ਾਮਲ ਕੀਤੀ ਗਈ ਹੈ। ਇਸ ਪ੍ਰਕਾਰ ਇੱਕ ਬੱਚੇ ਨੂੰ ਸ਼ੁੱਧ ਤੇ ਮਿਆਰੀ ਭਾਸ਼ਾ ਸਿੱਖਣ ਵਿੱਚ ਸਹਾਇਤਾ ਮਿਲਦੀ ਹੈ ਜੇਕਰ ਉਹਨੂੰ ਵਿਆਕਰਨ ਦੀ ਜ਼ਰੂਰਤ ਹੋਵੇਗੀ। ਉਦਾਹਰਨ ਵਜੋਂ ਧੁਨੀਆਂ ਦੇ ਸਹੀ ਉਚਾਰਨ ਦਾ ਗਿਆਨ, ਧੁਨੀਆਂ ਦਾ ਸਹੀ ਉਚਾਰਨ ਦਾ ਗਿਆਨ ਹੋਣਾ ਚਾਹੀਦਾ ਹੈ। ਠੀਕ ਹੈ ਵੀ ਧੁਨੀਆਂ ਕਿਸ ਤਰ੍ਹਾਂ, ਜਿਵੇਂ ਸਵਰ ਧੁਨੀਆਂ ਤੇ ਵਿਅੰਜਨ ਧੁਨੀਆਂ। ਸਵਰ ਧੁਨੀਆਂ ਹੁੰਦੀਆਂ ਨੇ ਸਵਰ ਅੱਖਰ ਹੁੰਦੇ ਨੇ ਜਿਵੇਂ ਊੜਾ ਆੜਾ ਈੜੀ, ਠੀਕ ਹੈ, ਤੇ ਵਿਅੰਜਨ ਅੱਖਰ ਨੇ ਬਾਕੀ ਜਿਹੜੇ ਈੜੀ ਤੋਂ ਬਚ ਕੇ ਲਾਸਟ ਅੱਖਰ ਸਾਰੇ ਨੇ ਜਿਹੜੇ 39 ਅੱਖਰ ਨੇ ਉਸ ਕੀ ਨੇ, ਵਿਅੰਜਨ ਅੱਖਰ ਨੇ। ਠੀਕ ਹੈ, ਇਸੇ ਤਰ੍ਹਾਂ ਇਹਨਾਂ ਧੁਨੀਆਂ ਦੇ ਸਹੀ ਉਚਾਰਨ ਦਾ ਗਿਆਨ, ਸ਼ਬਦਾਂ ਦੀ ਬਣਤਰ ਕਿਸ ਤਰ੍ਹਾਂ ਦੀ ਹੈ, ਵਿਧੀ ਤੇ ਉਹਨਾਂ ਨੂੰ ਸ਼ੁੱਧ ਵਰਤੋਂ ਦੇ ਸ਼ਬਦਾਂ ਤੇ ਭੇਦਾਂ ਦਾ ਬੋਧ ਹੋਣਾ ਜ਼ਰੂਰੀ ਹੈ, ਬੋਧ ਕੇ ਗਿਆਨ ਹੋਣਾ ਜ਼ਰੂਰੀ ਹੈ। ਨਾਲ ਹੀ ਉਹ ਵਾਕਾਂ ਦੀ ਦੂਜੀਆਂ ਭਾਸ਼ਾਵਾਂ ਨਾਲ ਹੀ ਉਹ ਵਾਕਾਂ ਦੀ ਸ਼ੁੱਧ ਵਰਤੋਂ ਤੇ ਪ੍ਰਯੋਗ ਕਰਨ ਦਾ ਢੰਗ ਵੀ ਸਿੱਖ ਲੈਂਦਾ ਹੈ। ਠੀਕ ਹੈ, ਵਾਕਾਂ ਨੂੰ ਸ਼ੁੱਧ ਤੇ ਸਪਸ਼ਟ ਕਿਸ ਤਰ੍ਹਾਂ ਉਹਨਾਂ ਦਾ ਪ੍ਰਯੋਗ ਕਰਨਾ ਸਾਰਾ ਗਿਆਨ ਸਿੱਖ ਲੈਂਦਾ ਹੈ, ਕਿਸ ਤੋਂ, ਵਿਆਕਰਨ ਤੋਂ। ਇਸ ਤੋਂ ਇਲਾਵਾ ਦੂਜੀਆਂ ਭਾਸ਼ਾਵਾਂ ਸਿੱਖਣ ਵਿੱਚ ਤਾਂ ਵਿਆਕਰਨ ਹੋਰ ਵੀ ਮਦਦਗਾਰ ਸਾਬਤ ਹੁੰਦਾ। ਜਦੋਂ ਆਪਾਂ ਦੂਜੀਆਂ ਭਾਸ਼ਾਵਾਂ, ਹੋਰ ਕੰਟਰੀਜ਼ ਦੀਆਂ ਭਾਸ਼ਾ ਸਿੱਖਦੇ ਹਾਂ, ਠੀਕ ਹੈ, ਹੋਰ ਕਿਸੇ ਦੇਸ਼ ਦੀ ਭਾਸ਼ਾ ਸਿੱਖਣੀ ਹੈ ਤਾਂ ਉਹਦੇ ਵਿੱਚ ਜਿਹੜੀ ਵਿਆਕਰਨ ਹੈ ਉਹ ਕੀ ਹੈ, ਹੋਰ ਵੀ ਆਪਣੇ ਲਈ ਮਦਦਗਾਰ ਸਾਬਤ ਹੋ ਜਾਂਦਾ, ਕਿਉਂਕਿ ਪਹਿਲਾਂ ਹੀ ਆਪਾਂ ਨੂੰ ਆਪਣਾ ਵਿਆਕਰਨ ਜਦੋਂ ਆਪਾਂ ਨੂੰ ਪੜ੍ਹਿਆ ਹੁੰਦਾ ਹੈ, ਚਾਹੇ ਇੰਗਲਿਸ਼ ਗ੍ਰਾਮਰ ਹੈ ਚਾਹੇ ਉਹ ਪੰਜਾਬੀ ਵਿਆਕਰਨ ਹੈ, ਤਾਂ ਆਪਾਂ ਨੂੰ ਦੂਜੀ ਭਾਸ਼ਾ ਸਿੱਖਣ ਦੇ ਵਿੱਚ ਬਹੁਤ ਜ਼ਿਆਦਾ ਸੌਖ ਮਿਲ ਜਾਂਦੀ ਹੈ। ਕਈ ਵਾਰ ਇਹ ਵੀ ਕਿਹਾ ਜਾਂਦਾ ਕਿ ਵਿਆਕਰਨ ਦਾ ਸੰਬੰਧ ਜਿਹੜਾ ਕੇਵਲ ਲਿਖਤੀ ਭਾਸ਼ਾ ਨਾਲ ਹੁੰਦਾ ਹੈ, ਬੋਲਚਾਲ ਦੀ ਭਾਸ਼ਾ ਨਾਲ ਨਹੀਂ ਹੁੰਦਾ, ਜਦਕਿ ਵਿਆਕਰਨ ਦਾ ਸੰਬੰਧ ਜਿਹੜਾ ਭਾਸ਼ਾ ਦੇ ਦੋਹਾਂ ਰੂਪਾਂ ਨਾਲ, ਲਿਖਤੀ ਬੋਲੀ ਦੇ ਨਾਲ ਵੀ ਹੈ ਤੇ ਬੋਲਚਾਲ ਦੀ ਬੋਲੀ ਦੇ ਨਾਲ ਵੀ ਹੈ। ਠੀਕ ਹੈ, ਇਸ ਦਾ ਲਿਖਤੀ ਭਾਸ਼ਾ ਦੇ ਵਿਆਕਰਨ ਨਾਲੋਂ ਅੰਤਰ ਕੇਵਲ ਇਸ ਗੱਲ ਵਿੱਚ ਹੁੰਦਾ ਹੈ ਕਿ ਇਸ ਦੇ ਨਿਯਮ ਇੰਨੇ ਪੱਕੇ ਨਹੀਂ ਹੁੰਦੇ ਹੈ। ਲਿਖਤੀ ਭਾਸ਼ਾ ਦੇ ਜਿਹੜੇ ਭਾਸ਼ਾ ਦੇ ਸਿਰਫ ਇਹਨਾਂ ਵਿਆਕਰਨ ਦੇ ਨਾਲ ਅੰਤਰ ਕੇਵਲ ਇਸ ਗੱਲ ਵਿੱਚ ਹੁੰਦਾ ਹੈ ਕਿ ਇਹਨਾਂ ਦੇ ਨਿਯਮ ਪੱਕੇ ਨਹੀਂ ਹੁੰਦੇ। ਬੋਲਣ ਵਾਲਾ ਆਮ ਤੌਰ ਤੇ ਆਪਣੇ ਸਰੋਤੇ ਦੇ ਸਨਮੁਖ ਹੁੰਦਾ ਹੈ, ਜਿਸ ਕਰਕੇ ਉਹ ਵਿਆਕਰਨਿਕ ਨਿਯਮਾਂ ਵਿੱਚ ਖੁੱਲ੍ਹ ਕੇ ਗੱਲ ਨੂੰ ਦੁਹਰਾ ਕੇ ਚਿਹਰੇ ਦੇ ਪ੍ਰਭਾਵਾਂ ਜਾਂ ਇਸ਼ਾਰਿਆਂ ਦੀ ਸਹਾਇਤਾ ਨਾਲ ਪੂਰਾ ਕਰ ਲੈਂਦਾ ਹੈ। ਠੀਕ ਹੈ, ਬੋਲਣ ਵਾਲਾ। ਲਿਖਤੀ ਰੂਪ ਦੇ ਬੋਲਣ ਦੇ ਵਿੱਚ ਆਪਾਂ ਜਿਵੇਂ ਸਿੱਧੇ ਸਪਸ਼ਟ ਬੋਲਦੇ ਹਾਂ, ਤੂੰ ਕੀ ਕਰ ਰਿਹਾ ਹੈ, ਆਪਾਂ ਜਦੋਂ ਲਿਖਾਂਗੇ ਤਾਂ ਤੁਸੀਂ ਕੀ ਕਰ ਰਹੇ ਹੋ ਜਾਂ ਤੂੰ ਕੀ ਕਰ ਰਿਹਾ ਹੈ। ਠੀਕ ਹੈ, ਇਸ ਤਰ੍ਹਾਂ ਬੋਲਾਂਗੇ। ਤਾਂ ਅੱਗੇ ਹੈਗਾ ਵਿਆਕਰਨ ਦਾ ਮੰਤਵ ਕੀ ਹੈ, ਉਦੇਸ਼ ਕੀ ਹੈ। ਪਹਿਲਾਂ ਆਪਾਂ ਨੇ ਸਰੂਪ ਪੜ੍ਹਿਆ, ਠੀਕ ਹੈ, ਫਿਰ ਉਹਦੀ ਮਹੱਤਤਾ ਪੜ੍ਹੀ ਤੇ ਹੁਣ ਆਪਾਂ ਕੀ ਹੈ, ਮੰਤਵ ਪੜ੍ਹਾਂਗੇ। ਵਿਆਕਰਨ ਅਸਲ ਵਿੱਚ ਇੱਕ ਅਜਿਹੀ ਪ੍ਰਕਿਰਿਆ ਹੈ ਜੋ ਕਿ ਇਹ ਦੱਸਦੀ ਹੈ ਕਿ ਧੁਨੀ ਤੋਂ ਭਾਵੰਸ਼ ਦਾ, ਠੀਕ ਹੈ, ਧੁਨੀ ਤੋਂ ਭਾਵੰਸ਼ ਦਾ, ਸ਼ਬਦਾਂ ਤੋਂ ਵਾਕਾਂਸ਼ ਦਾ। ਧੁਨੀ ਤੋਂ ਛੋਟੇ ਛੋਟੇ ਭਾਵੰਸ਼ ਬਣਦੇ ਨੇ, ਫਿਰ ਸ਼ਬਦਾਂ ਤੋਂ ਕੀ ਹੈ, ਵਾਕ ਬਣਦੇ ਨੇ, ਵਾਕਾਂਸ਼ਾਂ ਤੋਂ ਉਪਵਾਕ ਤੇ ਉਪਵਾਕ ਤੋਂ ਵਾਕ ਦਾ ਨਿਰਮਾਣ ਹੁੰਦਾ ਹੈ। ਕਿਵੇਂ ਹੁੰਦਾ ਹੈ ਤੇ ਵਾਕ ਵਿੱਚ ਕਿਹੜੇ ਕਿਹੜੇ ਤੱਤ ਕਾਰਜਸ਼ੀਲ ਹੁੰਦੇ ਹਨ, ਉਹਨਾਂ ਦੇ ਆਪਸੀ ਰਿਸ਼ਤੇ ਕੀ ਹਨ। ਸੋ ਇਸ ਪ੍ਰਕਾਰ ਭਾਸ਼ਾ ਦੇ ਵਰਤਾਰੇ ਪਿੱਛੇ ਕੰਮ ਕਰਦੇ ਨਿਯਮ ਨੇ ਜਿਹੜੇ ਲੱਭੇ ਜਾਂਦੇ ਨੇ। ਜਦੋਂ ਜਿਹੜੀ ਆਪਣੀ ਭਾਸ਼ਾ ਦੀ ਵਰਤੋਂ ਕਰ ਰਹੇ ਹਾਂ ਉਹਦੇ ਪਿੱਛੇ ਕਿਹੜੇ ਨਿਯਮ ਕੰਮ ਕਰ ਰਹੇ ਨੇ, ਉਹ ਸਾਰੇ ਕੁਝ ਕੀ ਹੈ, ਇਹਨਾਂ ਚੀਜ਼ਾਂ ਦੇ ਵਿੱਚੋਂ ਲੱਭੇ ਜਾਂਦੇ ਹਨ। ਜੇਕਰ ਆਪਾਂ ਨੂੰ ਵਿਆਕਰਨ ਦਾ ਗਿਆਨ ਹੋਣਾ ਜ਼ਰੂਰੀ, ਵਿਆਕਰਨ ਦਾ ਗਿਆਨ ਹੋਵੇਗਾ, ਠੀਕ ਹੈ, ਫਿਰ ਹੀ ਆਪਾਂ ਉਹਦੇ ਨਿਯਮ ਲੱਭ ਸਕਦੇ ਹਾਂ। ਫਿਰ ਇਹਨਾਂ ਨੂੰ ਲਾਗੂ ਕਰਕੇ ਛੋਟਾਂ ਦੱਸੇ ਜਾਂਦੇ ਨੇ ਵੀ ਕੀ ਛੋਟਾਂ ਨੇ। ਜਿੱਥੇ ਕੋਈ ਨਿਯਮ ਜਿੰਨਾ ਕੁ ਲਾਗੂ ਹੁੰਦਾ ਹੈ ਉਸ ਅਨੁਸਾਰ ਹੀ ਭਾਸ਼ਾ ਦੀ ਵਰਤੋਂ ਜਿਹੜੀ ਸ਼ੁੱਧ ਜਾਂ ਮਿਆਰੀ ਮੰਨੀ ਜਾਂਦੀ ਹੈ। ਅੱਗੇ ਬੇਟਾ ਹੈਗਾ ਵੀ ਸਕੂਲੀ ਪੱਧਰ ਤੇ ਵਿਆਕਰਨ ਦਾ ਗਿਆਨ ਹੈ, ਜਿਹੜਾ ਵਿਆਕਰਨ ਦੇ ਗਿਆਨ ਦਾ ਖਾਸ ਮਹੱਤਵ ਕੀ ਹੈ। ਸਕੂਲ ਪੱਧਰ ਤੇ ਵਿਆਕਰਨ ਦੇ ਗਿਆਨ ਦਾ ਖਾਸ ਮਹੱਤਵ ਹੈ। ਇਸ ਗਿਆਨ ਤੋਂ ਬਿਨਾਂ ਬੱਚੇ ਅੰਦਰ ਤਰਕਮਈ ਸੂਝ ਦਾ ਵਿਕਾਸ ਨਹੀਂ ਹੋ ਸਕਦਾ। ਠੀਕ ਹੈ, ਤਰਕਮਈ ਸੂਝ ਦਾ ਵੀ ਮਤਲਬ ਉਹਦੇ ਵਿੱਚ ਕੀ ਹੈ, ਤਰਕਮਈ ਸੂਝ, ਤਰਕ ਕਰਨ ਦੀ ਸ਼ਕਤੀ ਦਾ ਉਹਦੇ ਅੰਦਰ ਕੀ ਹੈ, ਵਿਕਾਸ ਨਹੀਂ ਹੋ ਸਕਦਾ ਜੇਕਰ ਉਸ ਨੂੰ ਕੀ ਹੈ, ਵਿਆਕਰਨ ਦਾ ਗਿਆਨ ਨਹੀਂ ਹੋਵੇਗਾ। ਇਸ ਨਾਲ ਮਿਆਰੀ ਭਾਸ਼ਾ ਸਿੱਖਣ ਵਿੱਚ ਬਹੁਤ ਮਦਦ ਮਿਲਦੀ ਹੈ। ਭਾਸ਼ਾ ਦੀ ਸੁਚੱਜੀ ਅਤੇ ਸਫਲ ਵਰਤੋਂ ਕਰ ਸਕਣ ਦੀ ਜਾਂਚ ਹੁੰਦੀ ਹੈ। ਭਾਸ਼ਾ ਦੀ ਸਹੀ ਤਰੀਕੇ ਨਾਲ ਅਤੇ ਸਫਲ ਵਰਤੋਂ ਕਿਵੇਂ ਕਰਨੀ ਹੈ, ਉਹ ਕਾਹਦੇ ਨਾਲ ਜਾਂਚ ਆਉਂਦੀ ਹੈ, ਉਹ ਵਿਆਕਰਨ ਦੇ ਨਾਲ, ਜੇ ਆਪਾਂ ਨੂੰ ਵਿਆਕਰਨ ਦਾ ਗਿਆਨ ਹੋਵੇਗਾ, ਜਿਸ ਨਾਲ ਵਿਦਿਆਰਥੀ ਦਾ ਭਰੋਸਾ ਵੱਧਦਾ ਹੈ। ਆਮ ਤੌਰ ਤੇ ਮਾਤ ਭਾਸ਼ਾ ਦੇ ਵਿਆਕਰਨ ਨੂੰ ਸਿੱਖਣ ਵੱਲ ਬਹੁਤਾ ਧਿਆਨ ਨਹੀਂ ਦਿੱਤਾ ਜਾਂਦਾ, ਪਰ ਮਾਤ ਭਾਸ਼ਾ ਉੱਤੇ ਪੂਰਾ ਅਧਿਕਾਰ ਹਾਸਲ ਕਰਨ ਲਈ ਹੋਰ ਭਾਸ਼ਾਵਾਂ ਦੇ ਵਿਆਕਰਨਾਂ ਨੂੰ ਸਮਝਣ ਲਈ ਇਸ ਵਿਦਿਆ ਨੂੰ ਸਿੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਠੀਕ ਹੈ, ਮੇਨਲੀ ਗੱਲ ਕੀ ਹੈ, ਵਿਆਕਰਨ ਹੈ ਜਿਹੜੀ ਉਹ ਆਪਾਂ ਨੂੰ ਸਿੱਖਣੀ ਜ਼ਰੂਰੀ ਹੈ। ਕਿਸੇ ਵੀ ਭਾਸ਼ਾ ਦਾ ਵਿਆਕਰਨ ਹੋ ਸਕਦਾ, ਉਹ ਜੇਕਰ ਆਪਾਂ ਨੂੰ ਵਿਆਕਰਨ ਦਾ ਗਿਆਨ ਹੋਵੇਗਾ ਤਾਂ ਹੀ ਆਪਾਂ ਆਪਣੀ ਭਾਸ਼ਾ ਨੂੰ ਸਮਝ ਸਕਦੇ ਹਾਂ। ਵਿਆਕਰਨ ਦੇ ਅੰਗ ਕਿੰਨੇ ਨੇ। ਵਿਆਕਰਨ ਭਾਸ਼ਾ ਦੀ ਸੰਰਚਨਾ ਵਿੱਚ ਕਾਰਜਸ਼ੀਲ ਤੱਤਾਂ ਦੀ ਪੇਸ਼ਕਾਰੀ ਕਰਦਾ ਹੈ। ਇਸ ਲਈ ਭਾਸ਼ਾ ਦੇ ਵੱਖ-ਵੱਖ ਅੰਗਾਂ ਦਾ ਅਧਿਐਨ ਅਨੁਸਾਰ ਵਿਆਕਰਨ ਦੇ ਹੇਠ ਲਿਖੇ ਅੰਗ ਬਣਦੇ ਹਨ। ਤੁਹਾਨੂੰ ਮੈਂ ਪਹਿਲਾਂ ਸਟਾਰਟਿੰਗ ਦੇ ਵਿੱਚ ਸਮਝਾਇਆ ਸੀ। ਠੀਕ ਹੈ, ਧੁਨੀਆਂ ਦਾ ਅਧਿਐਨ ਧੁਨੀ ਬੋਧ ਦੇ ਵਿੱਚ, ਸ਼ਬਦਾਂ ਦਾ ਅਧਿਐਨ ਸ਼ਬਦ ਬੋਧ ਦੇ ਵਿੱਚ, ਵਾਕਾਂ ਦਾ ਅਧਿਐਨ ਵਾਕ ਬੋਧ ਦੇ ਵਿੱਚ,